ਹੈਲੋ ਸਟੂਡੈਂਟ, ਵੈਲਕਮ ਟੂ CBC ਆਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ CBC ਅਕੈਡਮੀ ਅਬੋਹਰ ਤੋਂ। ਅੱਜ ਅਸੀਂ ਡਿਸਕਸ ਕਰਾਂਗੇ ਜੀ ਪੰਜਾਬ ਜੀਕੇ ਦਾ 8ਵਾਂ ਪਾਰਟ। ਇਸ 8ਵੇਂ ਪਾਰਟ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਪੰਜਾਬ ਦੀ ਹਿਸਟਰੀ ਦੀ ਟਾਈਮਲਾਈਨ, ਕਿ ਪੰਜਾਬ ਦੀ ਹਿਸਟਰੀ ਨੂੰ ਆਪਾਂ ਹੁਣ ਡਿਸਕਸ ਕਰਨ ਵਾਲੇ ਹਾਂ। ਹਿਸਟਰੀ ਆਪਾਂ ਚਲਾਉਣੀ ਹੈ। ਆਪਾਂ ਵੇਖਾਂਗੇ ਪੰਜਾਬ ਦੇ ਵਿੱਚ ਹਿਸਟਰੀ ਦੇ ਵਿੱਚ ਕਿਹੜੇ ਟੌਪਿਕ ਆਪਾਂ ਪੜ੍ਹਨੇ ਨੇ, ਜਿਹੜੇ ਕਿ ਆਪਣੇ ਪੇਪਰ ਪੁਆਇੰਟ ਆਫ ਵਿਊ ਨਾਲ PPSC ਦੇ ਪੇਪਰ ਅਤੇ PSSS ਬੋਰਡ ਦੇ ਜਿੰਨੇ ਵੀ ਪੇਪਰ ਨਿਕਲੇ ਆ ਉਹਨਾਂ ਸਾਰਿਆਂ ਦੇ ਵਿੱਚ ਆਪਾਂ ਨੂੰ ਬੈਨੀਫਿਟ ਕਰਨ। ਠੀਕ ਹੈ ਜੀ। ਅਤੇ ਆਈ ਹੋਪ ਕਿ ਤੁਸੀਂ ਇਸ ਤੋਂ ਪਹਿਲਾਂ ਮੇਰੀਆਂ ਜਿੰਨੀਆਂ ਵੀਡੀਓ ਮੈਂ ਅਪਲੋਡ ਕੀਤੀਆਂ ਨੇ 7 ਪਾਰਟ ਅਪਲੋਡ ਕੀਤੇ ਨੇ। ਜਿਓਗ੍ਰਾਫੀ ਕਰਵਾਤੀ, ਉਹਦੇ ਵਿੱਚ ਰਿਵਰਸ ਕਰਵਾਤੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਤੁਹਾਨੂੰ ਐਗਰੀਕਲਚਰ ਉਹ ਵੀ ਮੈਂ ਕਰਵਾ ਚੁੱਕਿਆ ਤੁਹਾਨੂੰ ਇਸ ਦੇ ਵਿੱਚ, ਅਤੇ ਫੋਰੈਸਟ ਰਿਪੋਰਟ ਕਰਵਾ ਦਿੱਤੀ ਹੈ ਤੁਹਾਨੂੰ, ਬੇਸਿਕ ਪੰਜਾਬ ਦੀ GK ਕਰਵਾ ਦਿੱਤੀ ਹੈ। ਹੁਣ ਇਸ ਤੋਂ ਬਾਅਦ ਜਿਹੜੇ ਟੌਪਿਕ ਨੇ, ਹੁਣ ਆਪਣੇ ਪ੍ਰੋਪਰ ਇੱਕ ਹਿਸਟਰੀ ਵਾਲੀ ਟੌਪਿਕ ਵਾਈਜ਼ ਟੌਪਿਕ ਆਪਾਂ ਅੱਗੇ ਡਿਟੇਲ ਵਰਕ ਕਰਦੇ ਜਾਵਾਂਗੇ। ਅਤੇ ਸੋ ਤੁਹਾਨੂੰ ਜਿਹੜੇ ਵੀ ਸਟੂਡੈਂਟ ਇਸ ਚੈਨਲ ਦੇ ਉੱਪਰ ਨਵੇਂ ਆਏ ਨੇ, ਪਲੀਜ਼ ਪਹਿਲਾਂ ਤਾਂ ਸਾਡੇ CBC ਐਗਜ਼ਾਮ ਗੁਰੂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਵੀ ਕਰ ਦਿਆ ਜੇ ਵੀਡੀਓ ਨੂੰ, ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਸਟੂਡੈਂਟ ਦੇ ਵਿੱਚ। ਠੀਕ ਹੈ ਜੀ। ਤਾਂ ਆਓ ਜੀ ਹੁਣ ਅਸੀਂ ਆਪਣੇ ਵੀਡੀਓ ਨੂੰ ਸਟਾਰਟ ਕਰੀਏ। ਸਭ ਤੋਂ ਪਹਿਲਾਂ ਜੀ ਆਪਾਂ ਹਿਸਟਰੀ ਨੂੰ ਵੇਖਦੇ ਹਾਂ। ਤੁਹਾਨੂੰ ਪਤਾ ਜੀ ਹਿਸਟਰੀ ਦੇ ਸਬਜੈਕਟ ਨੂੰ ਪੜ੍ਹਨ ਵਾਸਤੇ ਹਿਸਟਰੀ ਜਿਹੜੀ ਹੈ ਬੇਸਿਕਲੀ ਸਾਡੇ 3 ਪਾਰਟ ਦੇ ਵਿੱਚ ਡਿਵਾਈਡ ਹੈ। ਪਹਿਲੀ ਹੈਗੀ ਹੈ ਜੀ ਏਸ਼ੀਅੰਟ ਹਿਸਟਰੀ, ਉਸ ਤੋਂ ਬਾਅਦ ਹੈ ਮੈਡਾਈਵਲ ਹਿਸਟਰੀ, ਉਸ ਤੋਂ ਬਾਅਦ ਹੈ ਮਾਡਰਨ ਹਿਸਟਰੀ। ਏਸ਼ੀਅੰਟ ਹਿਸਟਰੀ ਨੂੰ ਆਪਾਂ ਕੀ ਕਹਿੰਦੇ ਹਾਂ? ਪ੍ਰਾਚੀਨ ਭਾਰਤ ਦੀ ਹਿਸਟਰੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਦੇ ਵਿੱਚ ਤੁਹਾਨੂੰ ਸਾਰੇ ਕਿਹੜੇ ਰੂਲਰ ਮਿਲਣਗੇ? ਹਿੰਦੂ ਦੇ ਰੂਲਰ ਸੀਗੇ। ਜਿੰਨੇ ਵੀ ਹਿੰਦੂ ਰੂਲਰ ਸੀਗੇ ਉਹਨਾਂ ਸਾਰਿਆਂ ਨੂੰ ਆਪਾਂ ਕਿੱਥੇ ਡਿਸਕਸ ਕਰਦੇ ਹਾਂ? ਏਸ਼ੀਅੰਟ ਹਿਸਟਰੀ ਦੇ ਵਿੱਚ। ਇਹਦੇ ਵਿੱਚ ਮੈਂ ਸਾਰੇ ਟੌਪਿਕ ਲਿਖਤੇ ਹੈ, ਜਿਵੇਂ ਟੌਪਿਕ ਆਉਂਦੇ ਆ, ਜਿਵੇਂ ਆਪਾਂ ਹਿਸਟਰੀ ਨੂੰ ਪੜ੍ਹਨਾ ਉਹ ਪੇਪਰ ਪੁਆਇੰਟ ਆਫ ਵਿਊ ਮੈਂ ਸਾਰੇ ਟੌਪਿਕ ਵੀ ਲਿਖੇ ਆ। ਉਹਦੇ 'ਚ ਮੈਂ ਦੱਸੂੰਗਾ ਕਿਹੜੇ ਟੌਪਿਕ ਆਪਣੇ ਲਈ ਜ਼ਰੂਰੀ ਹੈ, ਕਿਹੜਾ ਆਪਣੇ ਲਈ ਜ਼ਰੂਰੀ ਨਹੀਂ ਹੈਗਾ। ਜਿਹਦੇ 'ਚੋਂ ਜ਼ਿਆਦਾ ਪੇਪਰ ਆਊਗਾ ਆਪਾਂ ਉਹੀ ਟੌਪਿਕ ਨੇ ਡਿਸਕਸ ਕਰਾਂਗੇ। ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਮੈਡਾਈਵਲ ਇੰਡੀਆ। ਮੈਡਾਈਵਲ ਇੰਡੀਆ ਦੇ ਵਿੱਚ ਕੀ ਹੁੰਦਾ ਸੀਗਾ ਜੀ? ਮੁਸਲਿਮ ਰੂਲਰ ਨੇ ਇੰਡੀਆ ਦੇ ਉੱਪਰ ਅਟੈਕ ਕੀਤੇ, ਇੱਥੇ ਆਪਣੀਆਂ ਡਾਇਨੈਸਟੀਆਂ ਚਲਾਈਆਂ। ਉਹਨਾਂ ਸਾਰਿਆਂ ਨੂੰ ਆਪਾਂ ਪੜ੍ਹਦੇ ਹੁੰਦੇ ਹਾਂ ਮੈਡਾਈਵਲ ਇੰਡੀਆ, ਮੱਧ ਭਾਰਤ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਜਦੋਂ ਬ੍ਰਿਟਿਸ਼ ਆ ਗਏ, ਅੰਗਰੇਜ਼ ਯੂਰੋਪੀਅਨ ਕੰਪਨੀਆਂ ਆਈਆਂ ਇੰਡੀਆ ਦੇ ਵਿੱਚ, ਉਸ ਤੋਂ ਬਾਅਦ ਸਾਡੀ ਸਟਾਰਟ ਹੋ ਗਈ ਮਾਡਰਨ ਹਿਸਟਰੀ। ਠੀਕ ਹੈ ਜੀ। ਇਹ ਹੁਣ ਐਵੇਂ ਨਹੀਂ ਹੈਗਾ ਕਿ ਬਿਲਕੁਲ ਹਿੰਦੂ ਰੂਲਰ ਖਤਮ ਹੀ ਹੋ ਗਏ ਸੀਗੇ ਅਤੇ ਮੈਡਾਈਵਲ ਸਟਾਰਟ ਹੋ ਗਈ। ਮਤਲਬ ਆਪਾਂ ਅਪਰੋਕਸੀਮੇਟਲੀ ਵੱਡੇ ਭਾਗ ਦੇ ਵਿੱਚ ਇਤਿਹਾਸ ਨੂੰ ਜੇ ਵੰਡ ਦਈਏ ਤਾਂ ਇਹ 3 ਮੇਨ ਵੱਡੇ ਪਾਰਟ ਬਣਦੇ ਆ, ਜਿਨ੍ਹਾਂ ਦੇ ਵਿੱਚ ਆਪਾਂ ਪੰਜਾਬ ਦਾ ਵੇਖਾਂਗੇ ਵੀ ਪੰਜਾਬ ਦੀ ਜਿਹੜੀ ਹਿਸਟਰੀ ਹੈ ਕਿੱਥੋਂ ਸਟਾਰਟ ਹੁੰਦੀ ਹੈ। ਠੀਕ ਹੈ ਜੀ। ਪੰਜਾਬ ਦੀ ਹਿਸਟਰੀ ਦਾ ਵੈਸੇ ਬਹੁਤ ਪੁਰਾਣੀ ਏਸ਼ੀਅਨ ਟਾਈਮ ਤੋਂ ਹੀ ਪੰਜਾਬ ਹੈਗਾ ਸੀਗਾ, ਅਤੇ ਪਰ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਾਂਗੇ ਪੇਪਰ ਪੁਆਇੰਟ ਆਫ ਵਿਊ ਨਾਲ ਆਪਣੇ ਕਿਹੜੇ ਬੈਨੀਫਿਟ ਕਿੱਥੋਂ ਮੇਨ ਆਪਾਂ ਹਿਸਟਰੀ ਪੜ੍ਹਨੀ ਹੈ ਪੰਜਾਬ ਦੇ ਅਕੋਰਡਿੰਗ, ਉਸ ਨੂੰ ਆਪਾਂ ਵੇਖਾਂਗੇ। ਠੀਕ ਹੈ ਜੀ। ਅਤੇ ਹੁਣ ਦੇਖੋ ਜੀ ਜਿਹੜਾ ਏਸ਼ੀਅੰਟ ਇਹਨੂੰ ਵੀ ਸਮਝਣ ਵਾਸਤੇ ਆਹ ਜਿਹੜੇ ਮੈਂ 3 ਤੁਹਾਨੂੰ ਪੁਆਇੰਟ ਦੱਸੇ ਹੈ, ਇਹਨੂੰ ਵੀ ਸਮਝਣ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ? ਪਹਿਲੀ ਇਹਦੀ ਟਾਈਮਲਾਈਨ ਸਮਝ ਲਓ। ਜਿਵੇਂ ਦੇਖੋ ਜੀ ਆਪਣਾ ਜਿਹੜਾ ਇਤਿਹਾਸ ਹੈ, ਆਪਾਂ ਕੀ ਹੈ ਜੀ, ਆਪਾਂ ਜਿਹੜਾ ਪੜ੍ਹਦੇ ਹਾਂ ਇਤਿਹਾਸ ਉਹ ਹੈ ਜੈਸਸ ਕ੍ਰਾਈਸਟ ਦਾ ਜਨਮ ਹੋਇਆ ਸੀ ਜਦੋਂ, ਕਿਉਂਕਿ ਆਪਣੇ ਕੋਲ ਪ੍ਰੋਪਰ ਵੇ ਨਾਲ ਇਤਿਹਾਸ ਪੜ੍ਹਨ ਦਾ ਕੋਈ ਵੀ ਸੋਰਸ ਨਹੀਂ ਗਾ। ਆਪਾਂ ਇਤਿਹਾਸ ਯੂਨਾਨ ਦੇ ਪਰਸਨ ਜਿਨ੍ਹਾਂ ਨੇ ਪ੍ਰੋਪਰ ਸਿਸਟਮੈਟਿਕ ਵੇ ਦੇ ਨਾਲ ਲਿਖਿਆ ਹੋਇਆ, ਉਸੇ ਨੂੰ ਹੀ ਮੰਨ ਕੇ ਆਧਾਰ ਫਿਰ ਆਪਾਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ। ਜਿਹਦੇ ਵਿੱਚ ਹੀ ਕਈ ਵਾਰੀ ਨਾ ਬੱਚਿਆਂ ਦੇ ਦਿਮਾਗ ਦੇ ਵਿੱਚ ਹੁੰਦਾ ਕਿ BC ਕੀ ਹੁੰਦਾ? ਈਸਾ ਪੂਰਵ ਕੀ ਹੁੰਦਾ? ਮਤਲਬ ਇਹਦਾ ਮਤਲਬ ਕੀ ਹੈ? ਅਤੇ AD ਦਾ ਮਤਲਬ ਹਰ ਲਾਈਨ ਦੇ ਅੱਗੇ ਲਿਖਿਆ ਹੁੰਦਾ AD, ਉਹਦਾ ਮਤਲਬ ਕੀ ਹੈ? ਤਾਂ ਉਸ ਚੀਜ਼ ਨੂੰ ਆਪਾਂ ਪੜ੍ਹਨਾ ਹੈ। ਅਤੇ ਇਸ ਨੂੰ ਤੁਸੀਂ ਮੰਨ ਕੇ ਚੱਲੋ ਕਿ ਤੁਹਾਨੂੰ ਇਤਿਹਾਸ ਦੇ ਬਾਰੇ ਕੁਛ ਨਹੀਂ ਪਤਾ, ਤੁਸੀਂ ਇਤਿਹਾਸ ਦੀ ਸਟਾਰਟਿੰਗ ਕਰਦੇ ਪਏ ਹੋ, ਤਾਂ ਤੁਸੀਂ ਇਤਿਹਾਸ ਨੂੰ ਕਿੱਥੋਂ ਜ਼ੀਰੋ ਮੰਨੋਗੇ? ਤਾਂ ਤੁਸੀਂ ਜੈਸਸ ਕ੍ਰਾਈਸਟ ਦੇ ਜਨਮ ਨੂੰ, ਈਸਾ ਮਸੀਹ ਦੇ ਜਨਮ ਨੂੰ ਤੁਸੀਂ ਜ਼ੀਰੋ ਮੰਨ ਲਿਆ, ਜ਼ੀਰੋ ਮੰਨ ਲਿਆ। ਇਸ ਤੋਂ ਪਿੱਛੇ ਜਿੰਨਾ ਵੀ ਟਾਈਮ ਸੀਗਾ, ਜਿਹੜਾ ਵੀ ਟਾਈਮ ਘਟਦੇ ਕਰਮ ਦੇ ਵਿੱਚ ਜਿਹੜਾ ਵੀ ਟਾਈਮ ਸੀਗਾ, ਉਹ ਜਿੰਨੀਆਂ ਵੀ ਤਰੀਕਾਂ ਆਉਣਗੀਆਂ ਤਾਂ ਉਹ ਮੰਨ ਕੇ ਚੱਲੋ ਤੁਹਾਡਾ ਸਾਰਾ BC ਹੋਏਗਾ। ਉਹਦੀ ਹਰੇਕ ਤਰੀਕ ਮਗਰ ਤੁਸੀਂ ਕੀ ਲਿਖੋਗੇ? ਈਸਾ ਮਸੀਹ ਦੇ ਪੁਰਾਣੇ ਜਨਮ ਤੋਂ ਪਹਿਲਾਂ ਜਿਹੜਾ ਇਤਿਹਾਸ ਸੀ ਉਹਨੂੰ ਆਪਾਂ ਕੀ ਕਹਾਂਗੇ? ਈਸਾ ਪੂਰਵ। ਠੀਕ ਹੈ ਜੀ। BC, ਬਿਫੋਰ ਦਾ ਕ੍ਰਾਈਸਟ। ਠੀਕ ਹੈ ਜੀ। ਅਤੇ ਆਪਾਂ ਨੂੰ ਇਹ ਪਤਾ ਜਿਹੜਾ ਕੈਲੰਡਰ ਆਪਾਂ ਯੂਜ਼ ਕਰਦੇ ਹਾਂ, ਜਿਹਨੂੰ ਆਪਾਂ ਕਹਿੰਦੇ ਗੈਗੋਰੀਅਨ ਕੈਲੰਡਰ ਯੂਜ਼ ਕਰਦੇ ਹਾਂ, ਇਹਦੇ ਵਿੱਚ ਸਿਸਟਮੈਟਿਕ ਵੇ ਨਾਲ ਤਰੀਕੇ ਨਾਲ ਜਿਹੜੀਆਂ ਤਰੀਕਸ ਲਿਖਣੀਆਂ ਸਟਾਰਟ ਹੋਈਆਂ ਨੇ। ਪਰ ਇਹ ਕਹਿੰਦੇ ਜੀ ਸਾਡੇ ਈਸਾ ਮਸੀਹ ਜੀ ਅੱਜ ਤੋਂ 2000 ਸਾਲ ਪਹਿਲਾਂ ਪੈਦਾ ਹੋਏ ਸੀ, ਉਸ ਤੋਂ ਵੀ 2500 ਸਾਲ ਪਹਿਲਾਂ ਦੁਨੀਆ ਚੱਲਦੀ ਪਈ ਸੀ, ਤਾਂ ਉਸ ਟਾਈਮ ਨੂੰ ਉਹਨਾਂ ਨੇ BC ਕਹਿ ਤਾ। ਠੀਕ ਹੈ ਜੀ। ਅਤੇ ਹੁਣ ਜੈਸਸ ਕ੍ਰਾਈਸਟ ਜਿਹੜੇ
ਜਿਹੜੇ ਜਦੋਂ ਇਹ ਜਨਮ ਲਿਆ ਇਹਨਾਂ ਨੇ ਤਾਂ ਇਹਨਾਂ ਦੇ ਟਾਈਮ ਦੇ ਵਿੱਚ ਆਫਟਰ ਦਾ ਗੋਡ, ਮਤਲਬ ਐਨੋ ਡੋਮਿਨੀ ਇਹ ਗ੍ਰੀਕਸ ਲੈਂਗੁਏਜ ਦੇ ਵਿੱਚ ਇਹਦਾ ਮਤਲਬ ਹੁੰਦਾ ਵੀ ਗੋਡ ਦੇ ਟਾਈਮ ਦੇ ਵਿੱਚ ਕੀ ਚੱਲਦਾ ਪਿਆ ਸੀ। ਜਿੰਨੀਆਂ ਵੀ ਤਰੀਕਾਂ ਨੇ 0 ਤੋਂ ਲੈ ਕੇ 1 2 3 4 5 ਜਿੰਨਾ ਵੀ ਸਟਾਰਟ ਕਰਾਂਗੇ, ਅੱਜ 21ਵੀਂ ਸਦੀ ਹੋ ਚੁੱਕੀ ਹੈ। ਇਹ ਸਾਰਾ ਟਾਈਮ 2000 ਸਾਲ ਦਾ ਜਿਹੜਾ ਕੀ ਹੈ ਜੈਸਸ ਕ੍ਰਾਈਸਟ ਦੇ ਜਨਮ ਤੋਂ ਬਾਅਦ ਦੀ ਗੱਲ ਹੈ। ਠੀਕ ਹੈ ਜੀ, ਜੈਸਸ ਕ੍ਰਾਈਸਟ ਦੇ ਜਨਮ ਤੋਂ ਪਹਿਲਾਂ ਵੀ 2500 ਤੋਂ ਪਹਿਲਾਂ ਵੀ ਸਾਡੀ ਹਿਸਟਰੀ ਹੈਗੀ ਆ, ਉਹਨੂੰ ਵੀ ਪੜਾਂਗੇ। ਤਾਂ ਆਪਣੇ ਕੋਲ ਮੇਨ ਆਧਾਰ ਇਹ ਹੈ ਜੀ ਕਿ ਆਪਣੇ ਕੋਲ ਸਭ ਤੋਂ ਪਹਿਲਾਂ ਇਹਦੇ ਬੇਸ ਤੇ ਨਾ 2 ਕੁਐਸਚਨ ਬਣਦੇ ਨੇ। ਇੱਕ ਤਾਂ ਜਿਹੜਾ ਬਰਥ ਹੈ ਜੈਸਸ ਕ੍ਰਾਈਸਟ ਦਾ, ਇਸ ਕੈਲੰਡਰ ਨੂੰ ਆਪਾਂ ਕੀ ਕਹਿੰਦੇ ਆ, ਗ੍ਰੈਗੋਰੀਅਨ ਕੈਲੰਡਰ। ਗ੍ਰੈਗੋਰੀਅਨ ਕੈਲੰਡਰ ਜਿਹਦੇ ਆਪਾਂ ਰੀਜ਼ਨਿੰਗ ਦੇ ਵਿੱਚ ਟੌਪਿਕ ਵੀ ਕਰਦੇ ਆ, ਉਹ ਆਪਾਂ ਗ੍ਰੈਗੋਰੀਅਨ ਕੈਲੰਡਰ ਦੇ ਅਕੋਰਡਿੰਗ ਕਰਦੇ ਆ। ਠੀਕ ਹੈ ਜੀ, ਹੁਣ ਆਪਣੇ ਕੋਲ ਇੱਥੇ ਨਾ ਆਪਣੇ ਕੋਲ ਇੱਕ ਕੈਲੰਡਰ ਜਿਹੜਾ ਆਪਾਂ ਆਪਣੀ ਕਨਸਟੀਟਿਊਸ਼ਨ ਦੇ ਵਿੱਚ, ਆਪਣੀ ਜਿਹੜੇ ਹੀ ਇੰਡੀਆ ਦੇ ਸੰਵਿਧਾਨ ਦੇ ਵਿੱਚ ਜਿਹੜਾ ਕੈਲੰਡਰ ਯੂਜ਼ ਹੁੰਦਾ ਉਹ ਹੈਗਾ ਜੀ ਸ਼ਾਕਾ ਐਰਾ 78 AD ਵਾਲਾ। ਉਹ ਰੀਜ਼ਨ ਕੀ ਹੈ ਜੀ, ਕਾਫੀ ਕੈਲੰਡਰ ਸਟਾਰਟ ਕੀਤੇ ਸੀ, ਗੁਪਤਾ ਰੂਲਰ ਨੇ ਸਟਾਰਟ ਕੀਤੇ ਸੀ, ਕਾਫੀ ਰੂਲਰ ਨੇ ਸਟਾਰਟ ਕੀਤੇ ਸੀ, ਪਰ ਆਪਾਂ ਐਗਜ਼ੈਕਟ ਕਿਹੜਾ ਕੈਲੰਡਰ ਲੈਂਦੇ ਆ, ਜਿਹੜਾ 0 ਦੇ ਨੇੜੇ ਜ਼ਿਆਦਾ ਸੀਗਾ, ਉਹ ਇੱਕੋ ਹੀ ਸੀਗਾ, ਸ਼ਾਕਾ ਐਰਾ। ਇਸ ਕਰਕੇ ਆਪਾਂ ਇਹ ਕੈਲੰਡਰ ਨੂੰ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਇਹ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਇਸ ਦੇ ਹਿਸਾਬ ਦੇ ਨਾਲ ਤਰੀਕਾਂ ਜੋ ਵੀ ਲਿਖੀਆਂ ਜਾਂਦੀਆਂ ਨੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਲਿਖੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਆ ਜਾਓ ਹੁਣ ਜਿਹੜੀ ਜਦੋਂ ਬਰਥ ਹੋਇਆ ਜੈਸਸ ਕ੍ਰਾਈਸਟ ਤੋਂ ਪਹਿਲਾਂ, ਤੇ ਸਾਨੂੰ ਜਿਹੜਾ ਇਤਿਹਾਸ ਸਿਰਫ ਪਤਾ ਸੀਗਾ ਉਹ ਸੀਗਾ ਜੀ 1500 AD ਤੱਕ, ਸਿਰਫ 1500 BC ਤੱਕ, ਸੌਰੀ। ਉਸ ਤੋਂ ਪਹਿਲਾਂ ਜਿਹੜਾ ਇਤਿਹਾਸ ਸੀਗਾ ਸਾਨੂੰ ਨਹੀਂ ਪਤਾ ਸੀਗਾ। ਫਿਰ ਕੀ ਹੁੰਦਾ ਜੀ, ਤੁਹਾਨੂੰ ਪਤਾ ਹੈ ਬ੍ਰਿਟਿਸ਼ ਨੇ ਕੀ ਕੀਤਾ, ਇੰਡੀਆ ਦੇ ਵਿੱਚ ਆਪਣੇ ਐਕਸਪੈਂਸ਼ਨ, ਆਪਣੇ ਚੀਜ਼ ਨੂੰ ਆਪਾਂ ਨੂੰ ਵਧਾਉਣ ਵਾਸਤੇ ਇਹਨਾਂ ਨੇ ਗੱਡੀਆਂ ਦੀ ਲਾਈਨਾਂ ਵਿਛਾਈਆਂ, ਜਿਹਦੇ ਚੱਕਰ ਦੇ ਵਿੱਚ ਕੀ ਹੋਇਆ ਜੀ, ਉਹਨਾਂ ਦੇ ਉੱਪਰ ਜਦੋਂ ਵੀ ਪੱਥਰ ਸੁੱਟੇ ਜਾ ਰਹੇ ਸੀ ਤਾਂ ਤੁਹਾਨੂੰ ਇੱਕ ਹੜੱਪਾ ਸਭਿਅਤਾ ਜਿਹੜੀ ਹੈ, ਪੂਰੀ ਸਭਿਅਤਾ ਸਾਨੂੰ ਥੱਲੋਂ ਪੁੱਟ ਕੇ ਵੇਖਿਆ ਤਾਂ ਪੂਰੀ ਸਭਿਅਤਾ ਹੀ ਵਸੀ ਹੋਈ ਸੀ। ਉਸ ਤੋਂ ਕਾਰਨ ਸਾਡਾ ਇਤਿਹਾਸ 1000 ਸਾਲ ਹੋਰ ਪਿੱਛੇ ਚਲਾ ਗਿਆ। ਤਾਂ ਸਾਡਾ ਕੁੱਲ ਟਾਈਮਲਾਈਨ ਜਿਹੜਾ ਹੈ ਵੀ ਜੈਸਸ ਕ੍ਰਾਈਸਟ ਦੇ ਜਨਮ ਤੋਂ ਪਹਿਲਾਂ ਜਿਹੜਾ ਸਾਡਾ ਇਤਿਹਾਸ ਹੈ ਉਹ 2500 BC ਪੂਰਵ ਦਾ ਹੈਗਾ। ਇਸ ਨੂੰ ਤੁਸੀਂ ਗੌਰ ਕਰਨਾ। ਠੀਕ ਹੈ ਜੀ, ਹੁਣ 2500 BC ਪੂਰਵ ਤੋਂ ਪਹਿਲਾਂ ਆਪਾਂ ਕੀ ਆਵਾਂਗੇ, ਘਟਦੇ ਕ੍ਰਮ ਦੇ ਵਿੱਚ ਆਵਾਂਗੇ। 2499 ਆਊਗਾ, ਫਿਰ 2498 ਆਊਗਾ, ਇਸ ਤਰ੍ਹਾਂ ਕਰਕੇ 2300 2200 2100, ਫਿਰ 1920 18 ਇੱਦਾਂ ਕਰਕੇ 0 ਤੇ ਆਵਾਂਗੇ। ਫਿਰ 0 ਤੋਂ 1 2 3 4 5 6, ਫਿਰ ਅੱਜ 21ਵੀਂ ਸਦੀ ਹੋ ਚੁੱਕੀ ਹੈ, 2000 ਸਾਲ ਹੋ ਚੁੱਕੇ ਆ। ਇੱਦਾਂ ਘਟਦੇ ਕ੍ਰਮ ਦੇ ਵਿੱਚ ਲਿਖਾਂਗੇ ਆਪਾਂ, ਤੇ ਉਹੀ ਸਾਰੇ ਮੈਂ ਟੌਪਿਕ ਲਿਖਿਆ ਜੀ ਪਿੱਛੇ। ਤੇ ਇਸ ਨੂੰ ਵੀ ਬਰੋਡ ਮਾਈਂਡ ਦੇ ਵਿੱਚ ਇਹ ਪੂਰੀ ਜਿਹੜੀ 4500 ਸਾਲਾਂ ਦਾ ਇਤਿਹਾਸ ਹੈ, ਇੱਥੋਂ ਲੈ ਕੇ ਇੱਥੋਂ ਤੱਕ ਅੱਜ ਤੱਕ ਜਿਹੜਾ 4500 ਸਾਲ ਨੇ, ਇਸ ਨੂੰ ਆਪਾਂ ਲਗਭਗ ਜੀ 3 ਭਾਗਾਂ 'ਚ ਡਿਵਾਈਡ ਕਰਤਾ ਹੈ। ਇੱਕ ਹੈਗਾ ਏਸ਼ੀਅੰਟ ਪ੍ਰਾਚੀਨ ਭਾਰਤ, ਫਿਰ ਮੱਧਕਾਲੀਨ ਭਾਰਤ, ਫਿਰ ਆ ਗਿਆ ਮਾਡਰਨ ਭਾਰਤ। ਠੀਕ ਹੈ ਜੀ, ਇਹ ਸਾਰਾ ਆਪਾਂ 3 ਭਾਗਾਂ 'ਚ ਡਿਵਾਈਡ ਕਰਤਾ। ਇਸ ਨੂੰ ਮੈਂ ਹੁਣ ਟੌਪਿਕ ਵਾਈਜ਼ ਤੁਹਾਨੂੰ ਦੱਸਦਾ ਵੀ ਕਿਹੜੀਆਂ ਗੱਲਾਂ ਸਭ ਤੋਂ ਬਾਅਦ ਵਿੱਚ ਹੋਈਆਂ, ਕਿਹੜੀਆਂ ਪਹਿਲੇ ਹੋਈਆਂ। ਸਭ ਤੋਂ ਪਹਿਲਾਂ ਆਇਆ ਜੀ ਇਨਸਾਨ ਨੇ ਜਨਮ ਲਿਆ, ਉਸ ਨੂੰ ਆਪਾਂ ਉਸ ਏਜ ਨੂੰ ਕਹਿੰਦੇ ਹਾਂ ਜਦੋਂ ਧਰਤੀ ਦੇ ਉੱਪਰ ਇਨਸਾਨ ਨੇ ਜਨਮ ਲਿਆ ਸੀ, ਉਸ ਏਜ ਨੂੰ ਆਪਾਂ ਕੀ ਕਹਿੰਦੇ ਹਾਂ, ਸਟੋਨ ਏਜ। ਉਸ ਦੇ ਵਿੱਚ ਪਹਿਲੇ ਇਹਨੇ ਕੀ ਕੀਤਾ ਸੀ, ਪਹਿਲਾਂ ਇਹ ਜੰਗਲਾਂ 'ਚ ਰਹਿੰਦਾ ਸੀ, ਖਾਣਾ ਖਾਂਦਾ ਸੀਗਾ, ਉਹ ਸੀਗਾ ਪੈਲੋਲਿਥਿਕ ਜਿਹੜਾ ਏਜ ਸੀ। ਉਸ ਤੋਂ ਬਾਅਦ ਇਹਨੇ ਮੀਜ਼ੋਲਿਥਿਕ ਦੇ ਵਿੱਚ ਟੂਲ ਬਣਾਉਣੇ ਸਟਾਰਟ ਕੀਤੇ, ਨਿਊਲਿਥਿਕ ਦੇ ਵਿੱਚ ਇਹਨੇ ਅੱਗ ਦੀ ਖੋਜ ਕੀਤੀ, ਐਗਰੀਕਲਚਰ ਦੀ ਖੋਜ ਕੀਤੀ। ਇਹ ਸਾਰੀਆਂ ਚੀਜ਼ਾਂ ਆਪਾਂ ਟੌਪਿਕ ਵਾਈਜ਼ ਟੌਪਿਕ ਪੜਾਂਗੇ। ਸਭ ਤੋਂ ਪਹਿਲਾਂ ਇਨਸਾਨ ਦੀ ਸ਼ੁਰੂਆਤ ਹੋਈ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਸਟੋਨ ਏਜ ਦੇ ਵਿੱਚ। ਠੀਕ ਹੈ ਜੀ, ਸਟੋਨ ਏਜ ਮਤਲਬ ਜਿਹੜਾ ਪੱਥਰਾਂ ਵਾਲਾ ਯੁੱਗ ਸੀਗਾ, ਜਿਹਦੇ ਵਿੱਚ ਇਨਸਾਨ ਗੁਫਾਵਾਂ ਦੇ ਵਿੱਚ ਰਹਿੰਦਾ ਸੀਗਾ, ਉਹ ਸਾਰਾ ਟਾਈਮ ਪੀਰੀਅਡ ਜਿਹੜਾ ਉਹ ਆਪਾਂ ਪੜ੍ਹਦੇ ਹਾਂ। ਉਸ ਤੋਂ ਬਾਅਦ ਜਦੋਂ ਇਹ ਇਨਸਾਨ ਠੀਕ ਹੋ ਗਿਆ, ਸਮਝਦਾਰ ਹੋ ਗਿਆ, ਉਸ ਤੋਂ ਬਾਅਦ ਸਟਾਰਟ ਹੋਈ ਹੜੱਪਾ ਸਿਵਲਾਈਜੇਸ਼ਨ। ਹੜੱਪਾ ਸਿਵਲਾਈਜੇਸ਼ਨ ਆਈ ਸਭ ਤੋਂ ਪਹਿਲਾਂ, ਜਿਹਨੂੰ ਆਪਾਂ ਪੜ੍ਹਦੇ ਹਾਂ ਉਹ ਪੜ੍ਹਦੇ ਹਾਂ ਆਪਾਂ 2500 BC ਤੋਂ ਲੈ ਕੇ 1700 BC ਤੱਕ, 1750 BC ਤੱਕ ਇਹ ਟਾਈਮ ਪੀਰੀਅਡ ਜਿਹੜਾ ਫਿਕਸ ਹੈ। ਜਿਹੜਾ ਆਪਾਂ ਨੈਸ਼ਨਲ ਹਿਸਟਰੀ ਪੜ੍ਹਦੇ ਹਾਂ ਇੰਡੀਆ ਦੀ, ਜਦੋਂ ਉਦੋਂ ਆਪਾਂ ਹੜੱਪਾ ਟੌਪਿਕ ਨੂੰ ਬਹੁਤ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ, ਪਰ ਪੰਜਾਬ ਦੇ ਪੇਪਰ ਪੁਆਇੰਟ ਆਫ ਵਿਊ ਨਾਲ ਮੈਂ ਦੱਸੂਗਾ ਵੀ ਹੜੱਪਾ ਦੇ ਵਿੱਚ ਆਹ ਪੁਆਇੰਟ ਆਪਾਂ ਪੜ੍ਹਨੇ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਫਿਰ ਜਿਹੜਾ ਹੜੱਪਾ ਖਤਮ ਹੋ ਗਈ, ਫਿਰ 200-250 ਸਾਲ ਸਾਨੂੰ ਨਹੀਂ ਪਤਾ ਕੀ ਹੋਇਆ। ਉਸ ਤੋਂ ਬਾਅਦ ਵੈਦਿਕ ਪੀਰੀਅਡ ਸਟਾਰਟ ਹੋਇਆ ਸਾਡਾ 1500 ਤੋਂ ਲੈ ਕੇ 1500 BC ਤੋਂ ਲੈ ਕੇ 600 BC ਤੱਕ। ਇਹ 2 ਭਾਗਾਂ 'ਚ ਡਿਵਾਈਡ ਹੈਗਾ ਸੀਗਾ। ਪਹਿਲਾਂ ਰਿਗਵੇਦ ਲਿਖਿਆ ਗਿਆ, ਫਿਰ ਲੇਟਰ 3 ਵੇਦ ਲਿਖੇ ਗਏ। ਤਾਂ ਇਹ ਸਾਰੀ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਵੀ ਇਹ ਆਰਿਆ ਇੰਡੀਆ ਦੇ ਵਿੱਚ ਆਏ ਸੀ, ਕਿਵੇਂ ਇਹਨਾਂ ਨੇ ਅਨਾਰਿਆ ਨੂੰ ਹਰਾਤਾ, ਕਿੱਦਾਂ 10 ਰਾਜਨ ਯੁੱਧ ਹੋਇਆ, ਕਿਵੇਂ ਕਬੀਲੇ ਬਣੇ, ਕਿਵੇਂ ਜਨ ਬਣ ਗਏ ਸੀਗੇ। ਇਹ ਸਾਰੀਆਂ ਚੀਜ਼ਾਂ ਆਪਾਂ ਕਿਵੇਂ ਵੇਦ ਲਿਖੇ ਗਏ ਸੀ, ਉਪਵੇਦ ਕਿਹੜੇ ਹੁੰਦੇ ਆ, ਬ੍ਰਾਹਮਣ ਵੇਦ ਕਿਹੜੇ ਹੁੰਦੇ ਆ, ਇਹ ਸਾਰਾ ਚੀਜ਼ਾਂ ਜਿਹੜੀਆਂ ਆਪਾਂ ਨੇ ਵੈਦਿਕ ਪੀਰੀਅਡ ਦੇ ਵਿੱਚ ਡਿਸਕਸ ਕਰਦੇ ਹੁੰਦੇ ਆਪਾਂ। ਉਸ ਤੋਂ ਬਾਅਦ ਜੀ ਜਦੋਂ ਵੈਦਿਕ ਪੀਰੀਅਡ ਤੋਂ ਬਾਅਦ ਕੀ ਹੋਇਆ ਜੀ, ਐਗਰੀਕਲਚਰ ਕਰਨੀ ਇਹਨਾਂ ਨੇ ਸਟਾਰਟ ਕੀਤੀ ਸੀ। ਐਗਰੀਕਲਚਰ ਦੇ ਕਾਰਨ ਹੋਇਆ ਕੀ ਸੀਗਾ ਵੀ ਇਹਨਾਂ ਨੇ ਜਿਹੜਾ ਸਰਪਲਸ ਫੂਡ ਦੇ ਕਾਰਨ ਲਾਈਫ ਜਿਹੜੀ ਹੈ ਬੰਦੇ ਦੀ ਵੱਧ ਗਈ ਸੀ। ਉਸ ਕਾਰਨ ਕੀ ਹੋਇਆ, ਵੱਡੇ ਵੱਡੇ ਜਿਹੜੇ ਕਬੀਲੇ 16 ਜਿਹੜੇ ਸਾਨੂੰ ਇਤਿਹਾਸ ਦੇ ਵਿੱਚ ਸੁਣਨ ਨੂੰ ਮਿਲਦੇ ਨੇ ਕਿ 16 ਕਬੀਲੇ ਸੀਗੇ, 16 ਰਾਜ ਸੀਗੇ ਜਿਹੜੇ ਉਸ ਟਾਈਮ ਤੇ ਇੰਡੀਆ ਦੇ ਵਿੱਚ ਫੈਲੇ ਸੀ, ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ 16 ਮਹਾਜਨਪਦ।
ਠੀਕ ਹੈ। ਜਨਪਦ ਇਹਦੇ ਵਿੱਚ ਮੇਨ ਜਿਹੜਾ ਜਨਪਦ ਕਿਹੜਾ ਅੱਗੇ ਆਇਆ ਸੀਗਾ, ਸਾਰਿਆਂ ਦੇ ਆਪਸ 'ਚ ਲੜਾਈ ਹੋਈ ਸੀ। ਮੈਂ ਤੁਹਾਨੂੰ ਦੱਸ ਰਿਹਾ ਵੀ ਹੁਣ ਵੀ ਦੇਸ਼ ਕੀ ਹੈ ਜੀ, ਸੁਪਰਮੇਸੀ ਲੈਣ ਵਾਸਤੇ ਹੁਣ ਅਮਰੀਕਾ ਦੇ ਕੋਲ ਸੁਪਰਮੇਸੀ ਹੈ ਤੇ ਚਾਈਨਾ ਹੁਣ ਅੱਗੇ ਤਰੱਕੀ ਕਰਨ ਨੂੰ ਕਰਦਾ ਪਿਆ, ਸੁਪਰ ਪਾਵਰ ਬਣਨ ਨੂੰ ਕਰਦਾ ਪਿਆ। ਇਸੇ ਤਰ੍ਹਾਂ ਉਸ ਟਾਈਮ ਵੀ ਸੀਗਾ ਕਿ 16 ਜਨਪਦ ਦੇ ਵਿੱਚ ਅੱਗੇ ਕੌਣ ਆਇਆ, ਮਗਧ ਦੇ ਉੱਪਰ। ਫਿਰ ਤੁਹਾਨੂੰ ਪਤਾ ਜਦੋਂ ਮਗਧ ਅੱਗੇ ਆ ਗਿਆ ਤਾਂ ਰਾਜਿਆਂ ਨੇ ਜਿਹੜੇ ਹੈ ਪੈਸਾ ਅੰਤ ਦਾ ਪੈਸਾ ਹੋ ਗਿਆ, ਰਾਣੀਆਂ ਬਹੁਤ ਜ਼ਿਆਦਾ ਹੋ ਗਈਆਂ ਤੇ ਧਰਮ ਦੇ ਵਿੱਚ ਨਾ ਬਹੁਤ ਜ਼ਿਆਦਾ ਕੀ ਹੋ ਗਿਆ ਜੀ, ਗਲਤ ਪ੍ਰਚਾਰ ਹੋਣ ਲੱਗ ਗਿਆ, ਜਿਸ ਦੇ ਕਾਰਨ 2 ਧਰਮ ਨਵੇਂ ਬਣ ਗਏ, ਬੁੱਧਿਜ਼ਮ, ਜੈਨਿਜ਼ਮ। ਉਸ ਤੋਂ ਬਾਅਦ ਤੁਹਾਨੂੰ ਪਤਾ ਮਗਧ ਦੇ ਉੱਪਰ ਫਿਰ ਡਿਫਰੈਂਟ ਡਾਇਨੈਸਟੀਆਂ ਚੱਲੀਆਂ, ਜਿਹਦੇ ਵਿੱਚ ਆਪਾਂ ਡਾਇਨੈਸਟੀ ਸਭ ਤੋਂ ਸ਼ੁਰੂਆਤ ਕਰਦੇ ਹਾਂ ਹੜੰਕਾ ਡਾਇਨੈਸਟੀ ਤੋਂ, ਜਿਹਦੇ ਵਿੱਚ ਆਪਾਂ ਪਿਤਾ ਨੂੰ ਮਾਰ ਕੇ ਗੱਦੀ ਤੇ ਬਹਿੰਦੇ ਹੁੰਦੇ ਸੀਗੇ। ਉਸ ਤੋਂ ਬਾਅਦ ਮੇਨ ਆਪਾਂ ਪੜ੍ਹਦੇ ਹਾਂ ਮੌਰਿਆ ਡਾਇਨੈਸਟੀ ਦੇ ਬਾਰੇ। ਫਿਰ ਉਸ ਤੋਂ ਬਾਅਦ ਛੋਟੇ ਮੋਟੇ ਮੌਰਿਆ ਦੇ ਵਿੱਚ ਆਪਾਂ ਅਸ਼ੋਕ ਵਗੈਰਾ, ਇਹ ਚੰਦਰਗੁਪਤ ਮੌਰਿਆ ਵਗੈਰਾ ਪੜ੍ਹ ਲੈਂਦੇ ਹਾਂ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਇੰਡੋ ਗ੍ਰੀਕਸ ਰੂਲਰ, ਜਿਹਦੇ ਵਿੱਚ ਸਾਤਵਾਹਨਾ ਵੰਸ਼ ਵਗੈਰਾ, ਇਸ ਤਰ੍ਹਾਂ ਦੇ ਕੰਨਵ ਵੰਸ਼, ਗ੍ਰੀਕਸ, ਮਿਨਾਂਡਰ ਵਗੈਰਾ, ਇੱਦਾਂ ਦੇ ਜਿਹੜੇ ਇੰਡੋ ਗ੍ਰੀਕਸ ਬੈਕਟੀਰੀਅਨ ਵਾਲੇ ਆਏ ਸੀਗੇ, ਉਹਨਾਂ ਦੇ ਬਾਰੇ ਵੀ ਆਪਾਂ ਪੜ੍ਹਦੇ ਹਾਂ। ਫਿਰ ਅਸ਼ੋਕ ਤੋਂ ਬਾਅਦ ਆਪਾਂ ਪੜ੍ਹਦੇ ਹੁੰਦੇ ਹਾਂ ਕਨਿਸ਼ਕ ਵੰਸ਼, ਕਨਿਸ਼ਕ ਕੁਸ਼ਾਣ ਵੰਸ਼ ਆਇਆ ਸੀਗਾ, ਜਿਹਨੇ ਆਪਾਂ ਸਾਕਾਇਰ ਆਪਾਂ ਨੂੰ ਦਿੱਤਾ ਸੀਗਾ, ਉਹ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਜਸਟ ਉਸ ਤੋਂ ਬਾਅਦ ਫਿਰ ਆਏਗੀ ਜੀ 200-250 ਸਾਲ ਬਾਅਦ ਫਿਰ ਆਇਆ ਮੇਨ ਸਵਰਨ ਯੁੱਗ, ਜਿਹਦੇ ਵਿੱਚ ਆਪਾਂ ਕਹਿੰਦੇ ਮੰਦਰ ਬਣਨੇ ਸਟਾਰਟ ਹੋਏ, ਉਹ ਸੀਗੇ ਗੁਪਤਾ ਐਮਪਾਇਰ। ਗੁਪਤਾਸ ਆਏ ਸੀ ਇੰਡੀਆ ਦੇ ਵਿੱਚ, ਸਕੰਦਗੁਪਤ, ਵਿਕਰਮਾਦਿੱਤਿਆ, ਕੁਮਾਰਗੁਪਤ, ਚੰਦਰਗੁਪਤ, ਇਹ ਸਾਰੇ ਆਏ ਸੀ ਗੁਪਤਾ ਐਮਪਾਇਰ ਦੇ ਵਿੱਚ। ਉਸ ਤੋਂ ਬਾਅਦ ਸਾਡੇ ਕੋਲ ਰੂਲਰ ਆਇਆ ਸੀਗਾ, ਇਸ ਤੋਂ ਬਾਅਦ ਇਹਨਾਂ ਦੇ ਜਿਹੜੇ ਸਾਮੰਤ ਸੀਗੇ ਉਹ ਸੀਗੇ ਹਰਸ਼ਵਰਧਨ ਹੋਣੀ। ਹਰਸ਼ਵਰਧਨ ਹੋਣਿਆਂ ਨੇ ਕੀ ਕੀਤਾ ਸੀਗਾ, ਪੂਰਾ ਸਮਰਾਜ ਨਾਰਥ ਇੰਡੀਆ ਵਿੱਚ ਵਸਾਇਆ ਸੀ, ਐਮਪਾਇਰ ਖੜਾ ਕੀਤਾ ਸੀਗਾ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਇਸ ਦੇ ਟਾਈਮ ਤੋਂ ਬਾਅਦ ਰਾਜਪੂਤ ਪਾਵਰ ਦੇ ਵਿੱਚ ਆਉਂਦੇ ਆ। ਉੱਧਰੋਂ ਸਾਊਥ ਦੇ ਵਿੱਚ ਸੰਗਮ ਡਾਇਨੈਸਟੀ ਚੱਲਦੀ ਪਈ ਸੀ। ਤਾਂ ਇੱਥੋਂ ਤੱਕ ਇਹ ਸਾਡੀ ਜਿਹੜੀ ਵੀ ਹਿਸਟਰੀ ਹੈ ਇਹ ਹੈਗੀ ਹੈ ਏਸ਼ੀਅੰਟ ਹਿਸਟਰੀ। ਮਤਲਬ ਇਹ ਸਾਰੇ ਇਵੈਂਟ ਮੈਂ ਤੁਹਾਨੂੰ ਗਿਣਾਏ ਆ, ਇਹ ਇੱਕ ਪੁਆਇੰਟ ਪੇਪਰ ਦੇ ਵਿੱਚ ਇੱਦਾਂ ਸਾਰੇ ਆਪਾਂ ਹਿਸਟਰੀ ਪੜ੍ਹਨੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਮੁਸਲਿਮ ਰੂਲਰ ਨੇ ਇੰਡੀਆ ਦੇ ਵਿੱਚ ਅਟੈਕ ਕੀਤੇ। ਜਦੋਂ ਰਾਜਪੂਤ ਆਪਣੀ ਪੀਕ ਦੇ ਉੱਪਰ ਸੀਗੇ ਤਾਂ ਇੰਡੀਆ ਦੇ ਵਿੱਚ ਮੁਹੰਮਦ ਬਿਨ ਕਾਸਿਮ ਨੇ ਅਟੈਕ ਕੀਤਾ ਸੀ, ਪਹਿਲਾ ਅਟੈਕ ਹੋਇਆ। ਉਸ ਤੋਂ ਬਾਅਦ ਉਸ ਅਟੈਕ ਤੋਂ ਬਾਅਦ ਇੰਡੀਆ ਦਾ ਰਸਤਾ ਲੱਭਿਆ ਤਾਂ 2 ਰੂਲਰ ਨੇ ਸਾਨੂੰ ਬੜਾ ਤੰਗ ਕੀਤਾ, ਇੱਕ ਤਾਂ ਮੁਹੰਮਦ ਗਜਨੀ ਨੇ, ਇੱਕ ਮਹਿਮੂਦ ਗੌਰੀ ਨੇ। ਤੇ ਗੌਰੀ ਇੰਡੀਆ ਤੇ ਜਦੋਂ ਆਉਂਦਾ ਤੇ ਇੰਡੀਆ ਦੇ ਵਿੱਚ ਆਪਣਾ ਸਮਰਾਜ ਫੈਲਾ ਕੇ ਜਾਂਦਾ ਤੇ ਆਪਣੇ ਨਾਲ ਗੁਲਾਮ ਲੈ ਕੇ ਆਉਂਦਾ। ਤੇ ਗੁਲਾਮਾਂ ਨੇ ਇੰਡੀਆ ਦੇ ਵਿੱਚ ਕਿਹੜੀ ਡਾਇਨੈਸਟੀ ਚਲਾਈ ਸੀ, ਉਹ ਸੀ ਸਲੇਵ ਡਾਇਨੈਸਟੀ ਤੇ ਦਿੱਲੀ ਸਲਤਨਤ, ਜਿਨ੍ਹਾਂ ਨੇ 300 ਸਾਲ ਤੱਕ ਲਗਭਗ ਰਾਜ ਕੀਤਾ ਸੀਗਾ। ਤਾਂ ਮਤਲਬ ਇਹ ਜਿਹੜੀ ਮਿਡਾਈਵਲ ਹਿਸਟਰੀ ਹੈ ਨਾ, ਇਹ ਸਟਾਰਟ ਹੁੰਦੀ ਹੈ 1190 ਤੋਂ ਲੈ ਕੇ ਫਿਰ ਜਿਹੜੀ ਖਤਮ ਹੋਵੇਗੀ 1526 ਤੱਕ। ਇਹ ਸੀਗਾ ਮੁਸਲਿਮ ਰੂਲਰ ਨੇ ਇੰਡੀਆ ਦੇ ਵਿੱਚ ਅਟੈਕ ਕੀਤੇ ਸੀਗੇ। ਤਾਂ ਆਹ ਦੇਖੋ ਤੁਸੀਂ ਸਲੇਵ ਆਏ, ਸਲੇਵ ਡਾਇਨੈਸਟੀ ਪੜ੍ਹਦੇ ਹਾਂ, ਖਿਲਜੀ ਪੜ੍ਹਦੇ ਹੁੰਦੇ ਹਾਂ, ਤੁਗਲਕ ਵੀ ਪੜ੍ਹਦੇ ਹੁੰਦੇ ਹਾਂ, ਸੈਯਦ ਪੜ੍ਹਦੇ ਹਾਂ, ਲੋਧੀ ਪੜ੍ਹਦੇ ਹਾਂ। ਲੋਧੀ ਨੂੰ ਹਰਾ ਕੇ ਮੁਗਲ ਡਾਇਨੈਸਟੀ ਇੰਡੀਆ ਦੇ ਵਿੱਚ ਇਸਟੈਬਲਿਸ਼ ਹੋਈ ਸੀ ਬਾਬਰ ਦੇ ਦੁਆਰਾ। ਬਾਬਰ ਨੇ ਇੱਥੇ ਆ ਕੇ ਇਸਟੈਬਲਿਸ਼ ਕੀਤਾ ਸੀਗਾ ਆਪਣੇ ਆਪ ਨੂੰ। ਤੇ ਠੀਕ ਹੈ ਜੀ। ਤੇ ਪਹਿਲੇ 6 ਰਾਜੇ ਮੁਗਲਿਆਂ ਦੇ ਬਹੁਤ ਸ਼ਾਨਦਾਰ ਰਾਜੇ ਰਹੇ ਨੇ, ਜਿਨ੍ਹਾਂ ਦੇ ਬਾਰੇ ਆਪਾਂ ਬਹੁਤ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਤੇ ਉਸ ਤੋਂ ਬਾਅਦ ਜਦੋਂ 6 ਰਾਜੇ ਹੈਗੇ ਸੀ ਤੇ ਲਾਸਟ ਵਾਲੇ ਔਰੰਗਜ਼ੇਬ, ਜਹਾਂਗੀਰ, ਸ਼ਾਹਜਹਾਂ ਦੇ ਟਾਈਮ ਦੇ ਉੱਪਰ ਅੰਗਰੇਜ਼ ਇੰਡੀਆ ਦੇ ਵਿੱਚ ਯੂਰੋਪੀਅਨ ਕੰਪਨੀਆਂ ਸਾਊਥ ਦੇ ਵਿੱਚ ਆਉਣੀਆਂ ਸਟਾਰਟ ਹੋ ਗਈਆਂ ਸੀ, ਜਿਹਦੇ ਰੀਜਨ 'ਚ ਸਾਡੀ ਸਟਾਰਟ ਇੱਥੋਂ ਹੋ ਜਾਂਦੀ ਹੈ ਹਿਸਟਰੀ, ਮਾਡਰਨ ਹਿਸਟਰੀ ਬ੍ਰਿਟਿਸ਼ ਦੇ ਆਉਣ ਦੇ ਕਾਰਨ ਹੋਈ ਹੈ। ਤੇ ਉਸ ਤੋਂ ਬਾਅਦ ਮਾਡਰਨ ਦੇ ਵਿੱਚ ਆਪਾਂ ਕੀ ਪੜ੍ਹਦੇ ਹਾਂ, ਮਾਡਰਨ ਦੇ ਵਿੱਚ ਜਦੋਂ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਇੰਡੀਆ ਦੇ ਵਿੱਚ ਕੀ ਕੀਤਾ, ਟ੍ਰੇਡ ਕਰਨ ਆਏ ਸੀਗੇ। ਇੱਥੇ ਪੋਲੀਟੀਕਲ ਪਾਵਰ ਆਪਣੇ ਹੱਥ ਦੇ ਵਿੱਚ ਲੈ ਲਈ, ਕਿਹਨਾਂ ਨੂੰ ਖਤਮ ਕਰਕੇ, ਮੁਗਲ ਡਾਇਨੈਸਟੀ ਨੂੰ ਖਤਮ ਕਰਕੇ। ਕਿਉਂਕਿ ਪਹਿਲੇ 6 ਰਾਜੇ ਬੜੇ ਪਾਵਰਫੁਲ ਸੀਗੇ। ਔਰੰਗਜ਼ੇਬ ਦੀ ਡੈਥ ਤੋਂ ਬਾਅਦ ਜਿਹੜੇ 16 ਰਾਜੇ ਆਪਾਂ ਪੜ੍ਹਾਂਗੇ ਉਹਨੂੰ ਆਪਾਂ ਕਹਿੰਦੇ ਹਾਂ ਲੇਟਰ ਮੁਗਲਸ। ਉਹ ਇੰਨੇ ਹੀ ਨਲਾਇਕ ਸੀਗੇ, ਉਹਨਾਂ ਨੇ ਇੰਡੀਆ ਅੰਗਰੇਜ਼ਾਂ ਦੇ ਹੱਥ ਦੇਤਾ, ਜਿਸ ਦੇ ਚੱਕਰ ਦੇ ਵਿੱਚ ਕੀ ਹੋਇਆ ਜੀ, ਇੰਡੀਆ ਦੀ ਜਿਹੜੀ ਕਾਫੀ ਯੂਰੋਪੀਅਨ ਕੰਪਨੀਆਂ ਆਪਸ ਦੇ ਵਿੱਚ ਵੀ ਲੜੀਆਂ ਵੀ ਇੰਡੀਆ 'ਚ ਰਾਜ ਕੌਣ ਕਰੂਗਾ। ਜਿਸ ਦੇ ਵਿੱਚ ਦੇਖਾਂਗੇ ਆਪਾਂ ਪਹਿਲੀ ਘਟਨਾ ਪੜ੍ਹਦੇ ਹਾਂ ਕਿ ਵਾਸਕੋ ਡੀ ਗਾਮਾ ਇੰਡੀਆ ਦੇ ਵਿੱਚ ਆਇਆ ਸੀ ਪਹਿਲਾਂ। ਉਸ ਤੋਂ ਬਾਅਦ ਡੱਚ ਆਏ, ਡੇਨਸ ਆਏ, ਬ੍ਰਿਟਿਸ਼ ਆਏ, ਫਰੈਂਚ ਆਏ। ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਬ੍ਰਿਟਿਸ਼ ਇੰਡੀਆ ਕੰਪਨੀ ਜਿਹੜੀ ਸੀ ਉਹ ਮੇਨ ਪਾਵਰਫੁਲ ਬਣੀ ਤੇ ਉਹਨੇ ਇੰਡੀਆ ਦੇ ਵਿੱਚ ਮੁਗਲਿਆਂ ਨੂੰ ਹਰਾਇਆ। ਤੇ ਲਗਭਗ ਉੱਥੋਂ ਜਦੋਂ 1782 ਦੀ ਲੜਾਈ ਦੇ ਵਿੱਚ, ਤੇ ਜਦੋਂ ਪਲਾਸੀ ਦੀ ਲੜਾਈ ਹੋਏਗੀ, ਬਕਸਰ ਦੀ ਲੜਾਈ ਹੋਏਗੀ, 1764 ਤੋਂ ਲੈ ਕੇ ਇੰਡੀਆ ਨੂੰ ਕਬਜ਼ਾ ਕੀਤਾ ਤੇ 1947 ਤੇ ਇੰਡੀਆ ਨੂੰ ਛੱਡਣਾ ਉਹਨੇ। 200 ਸਾਲ ਰਾਜ ਕਰਨਾ ਹੈ। ਉਹਦੇ ਵਿੱਚ ਇਹਨਾਂ ਨੇ ਕਿਹਨਾਂ ਨੂੰ ਹਰਾਇਆ, ਮਰਾਠਿਆਂ ਨੂੰ ਹਰਾਇਆ, ਟੀਪੂ ਨੂੰ ਹਰਾਤਾ ਸੀ ਇਹਨਾਂ ਨੇ, ਸਿੱਖਾਂ ਨੂੰ ਵੀ ਹਰਾਇਆ ਸੀਗਾ। ਉਹਦੇ ਚੱਕਰ ਜਦੋਂ ਸਾਰਾ ਰਾਜ ਇੰਡੀਆ ਦੇ ਬ੍ਰਿਟਿਸ਼ ਦੇ ਅੰਡਰ ਚਲਾ ਗਿਆ ਤੇ ਜਿਸ ਦਾ ਰੀਜ਼ਨ ਇਹ ਹੋਇਆ ਕਿ 1857, ਕਿਉਂਕਿ ਹਰ ਵਰਗ ਨੂੰ ਇਹਨਾਂ ਨੇ ਤੰਗ ਕਰ ਲਿਆ ਸੀ। ਕਿਸਾਨ, ਰੂਲਰ, ਜਿੰਨੇ ਵੀ ਲੋਕ ਸੀਗੇ, ਆਦੀਵਾਸੀ, ਸਾਰਿਆਂ ਨੇ ਵਿਦਰੋਹ ਕਰਤਾ। ਖੁਦ ਇਹਨਾਂ ਦੇ ਸਿਪਾਹੀਆਂ ਨੇ ਵਿਦਰੋਹ ਕਰਤਾ, ਜਿਹਨੂੰ ਆਪਾਂ ਸਪੋਈ ਮੋਨਟੀ 1857 ਕਹਿੰਦੇ ਹਾਂ, ਠੀਕ ਹੈ ਜੀ। ਫਿਰ ਇੰਡੀਆ ਦੇ ਵਿੱਚ ਇਹਨਾਂ ਨੇ ਪੋਲੀਟੀਕਲ ਰਿਫੋਰਮਸ ਕੀਤੇ। ਇੰਡੀਆ ਦਾ ਜਿਹੜਾ ਇੱਥੋਂ ਸੰਵਿਧਾਨ ਬਣਨਾ ਸਟਾਰਟ ਹੁੰਦਾ, ਰੈਗੂਲੇਟਿੰਗ ਐਕਟ ਤੋਂ ਸਾਡਾ ਸੰਵਿਧਾਨ ਬਣਨੇ ਵਾਲੀ ਕਈ ਗੱਲਾਂ ਇਹਨਾਂ ਨੇ ਇੱਥੋਂ ਇੰਟਰੋਡਿਊਸ ਕੀਤੀਆਂ ਇੰਡੀਆ ਦੇ ਵਿੱਚ। ਉਹ ਫਿਰ ਇਹਨਾਂ ਨੇ ਸੋਸ਼ਲ ਰਿਫੋਰਮ, ਸਤੀ ਪ੍ਰਥਾ ਵਗੈਰਾ ਇਸ ਤਰ੍ਹਾਂ ਦੇ ਬੈਨ ਲਗਾਏ। ਫਿਰ ਇਹਨਾਂ ਨੇ ਫਰੀਡਮ ਫਾਈਟਰਸ ਜਿਹੜੇ ਸਾਡੇ ਇੰਡੀਆ ਦੇ ਵਿੱਚ ਹੋਏ ਆ,
ਸਾਰੀਆਂ ਚੀਜ਼ਾਂ ਨੂੰ ਹੁਣ ਇੰਡੀਆ ਦੇ ਜਿਹੜੇ ਪੜ੍ਹੇ ਲਿਖੇ ਲੋਕ ਸੀਗੇ ਇਹਨਾਂ ਦੇ ਖਿਲਾਫ ਵਿਦਰੋਹ ਕਰਦੇ ਪਏ ਆ। ਉਹਦੇ ਵਾਸਤੇ ਇਹਨਾਂ ਨੇ ਕਾਂਗਰਸ ਦਾ ਜਨਮ ਕਰਵਾਇਆ। ਉਹਦੇ ਵਿੱਚ ਫਿਰ ਪਹਿਲਾਂ ਤਾਂ ਨਰਮ ਦਲ ਦਾ ਕਬਜ਼ਾ ਰਿਹਾ 15-20 ਸਾਲ, ਉਸ ਤੋਂ ਬਾਅਦ ਗਰਮ ਦਲ ਆ ਗਿਆ ਉਹਦੇ ਵਿੱਚ। ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਬੰਗਾਲ ਡਿਵੀਜ਼ਨ ਹੋ ਗਈ, ਬੰਗਾਲ ਦਾ ਵਿਭਾਜਨ ਕੀਤਾ ਗਿਆ ਲਾਰਡ ਕਰਜ਼ਨ ਦੁਆਰਾ। ਫਿਰ ਉਸ ਤੋਂ ਬਾਅਦ ਚੱਲ ਕੇ ਇਹਨਾਂ ਨੇ ਕੀ ਕੀਤਾ, ਮੁਸਲਿਮ ਲੀਗ ਦਾ ਜਨਮ ਕਰਵਾਇਆ। ਉਸ ਤੋਂ ਬਾਅਦ ਮੁਸਲਿਮ ਨੂੰ ਅਲੱਗ ਸੈਪਰੇਟ ਇਲੈਕਟੋਰੇਟ ਦਾ ਮਸਲਾ ਇਹਨਾਂ ਨੇ ਦਿੱਤਾ। ਫਿਰ ਗਾਂਧੀ ਜੀ ਦੀ ਐਂਟਰੀ ਹੁੰਦੀ ਹੈ, ਤਿਲਕ ਹੋਣੀ ਬਾਹਰ ਹੋ ਜਾਂਦੇ ਤੇ ਗਾਂਧੀ ਦੀ ਐਂਟਰੀ ਹੁੰਦੀ ਤੇ ਗਾਂਧੀ ਐਰਾ ਆਪਾਂ ਪੜ੍ਹਦੇ ਉਹਨੂੰ। ਤੇ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਗਾਂਧੀ ਦੇ ਦੁਆਰਾ ਕਾਫੀ ਮੂਵਮੈਂਟ ਚਲਾਈ ਗਈਆਂ। ਲਾਸਟ ਮੂਵਮੈਂਟ ਜਿਹੜੀ ਸਭ ਤੋਂ ਬੈਟਰ ਜਿਹੜੀ ਚੱਲੀ ਸੀ ਉਹ ਸੀ ਡੂ ਐਂਡ ਡਾਈ, ਜਿਹਦੇ ਵਿੱਚ 1942 ਦੇ ਵਿੱਚ ਭਾਰਤ ਛੋੜੋ ਅੰਦੋਲਨ ਦੀ ਕਈ ਗੱਲਾਂ ਕੀਤੀਆਂ ਗਈਆਂ। ਉਸ ਤੋਂ ਬਾਅਦ ਕੈਬਨਿਟ ਮਿਸ਼ਨ ਇੰਡੀਆ ਦੇ ਵਿੱਚ ਆਇਆ, ਕੌਂਸਟੀਟਿਊਸ਼ਨ ਅਸੈਂਬਲੀ ਬਣੀ, ਮਾਊਂਟ ਬੈਟਨ ਪਲਾਨ ਆਇਆ ਜਿਹਦੇ ਵਿੱਚ ਇੰਡੀਆ ਤੇ ਪਾਕਿਸਤਾਨ ਬਣ ਗਿਆ। ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪੈਪਸੂ ਨੂੰ ਬਣਾਇਆ ਗਿਆ, 8 ਸਟੇਟਾਂ ਮਿਲਾ ਕੇ ਪੈਪਸੂ ਬਣਾ ਦਿੱਤੀ ਗਈ। ਤੇ ਕੁਝ ਬ੍ਰਿਟਿਸ਼ ਇੰਡੀਆ ਦਾ ਪੰਜਾਬ ਵੀ ਸੀਗਾ ਤੇ ਉਹਨਾਂ ਨੂੰ ਫਾਈਨਲੀ ਜਾ ਕੇ ਕੀਤਾ, ਇੰਡੀਆ ਨੂੰ ਇੰਡੀਪੈਂਡੈਂਸ ਮਿਲੀ ਤੇ ਪੰਜਾਬ ਦੀ ਵੰਡ ਹੋਈ ਤੇ ਪੰਜਾਬ 2 ਹਿੱਸਿਆਂ 'ਚ ਡਿਵਾਈਡ ਹੋ ਗਿਆ, ਵੈਸਟ ਪੰਜਾਬ ਤੇ ਈਸਟ ਪੰਜਾਬ। ਤੇ ਜਿਹਦੇ ਵਿੱਚ ਈਸਟ ਪੰਜਾਬ ਇੰਡੀਆ ਦੇ ਵਿੱਚ ਆ ਗਿਆ, ਇੰਡੀਆ ਦੇ ਵਿੱਚ। ਤੇ ਬਾਅਦ ਦੇ ਵਿੱਚ ਇਸੇ ਪੰਜਾਬ ਦੇ ਵਿੱਚ 1956 ਦੇ ਵਿੱਚ ਇੰਡੀਅਨ ਗੌਰਮੈਂਟ ਨੇ ਪੈਪਸ ਨੂੰ ਮਰਜ ਕਰਤਾ, ਜਿਹਦੇ ਵਿੱਚ ਸਾਡਾ ਅੱਜ ਮਾਡਰਨ ਪੰਜਾਬ ਬਣ ਗਿਆ। ਤੇ ਆ ਜਿਹੜਾ ਅਸੀਂ ਮੈਂ ਸਾਰਾ ਤੁਹਾਨੂੰ ਦੱਸਤਾ ਜੀ। ਇਹਦੇ ਵਿੱਚ ਹੁਣ ਆਪਾਂ ਨੈਕਸਟ ਜਿਹੜੀ ਵੀਡੀਓ ਹੈ ਉਹਦੇ ਵਿੱਚ ਆਪਾਂ ਕੀ ਹੈ ਜੀ ਦੇਖਾਂਗੇ ਹਿਸਟਰੀ ਬਾਰੇ, ਪੰਜਾਬ ਦੀ ਹਿਸਟਰੀ ਜਿਹੜੀ ਹੈ ਉਹਦੇ ਵਿੱਚ ਕਿਹੜੇ ਇਵੈਂਟ ਆਪਾਂ ਪੜ੍ਹਨੇ ਨੇ ਉਹ ਸਾਰਾ ਆਪਾਂ ਡਿਸਕਸ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਇਸੇ ਪਾਰਟ ਦਾ ਸੈਕਿੰਡ ਪਾਰਟ ਹੈ, ਉਹਦੇ ਵਿੱਚ ਆਪਾਂ ਸਾਰਾ ਇਹ ਹੁਣ ਓਵਰਆਲ ਮੈਂ ਤੁਹਾਨੂੰ ਹਿਸਟਰੀ ਦੀ ਇੱਕ ਟਾਈਮਲਾਈਨ ਬਣਵਾਤੀ ਕਿ ਇੱਦਾਂ ਕਰਕੇ ਆਪਾਂ ਸਾਰੇ ਇਵੈਂਟ ਪੜ੍ਹਨੇ ਨੇ ਤੇ ਜਿਹਦੇ ਵਿੱਚ ਆਪਾਂ ਮਾਡਰਨ ਹਿਸਟਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਜੇ ਮੈਂ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਗੱਲ ਕਰਾਂ, ਇਹ ਤਿੰਨੇ ਮੇਨ ਜਿਹੜੇ ਬ੍ਰੌਡ ਪੁਆਇੰਟ ਬਾਰੇ ਦੱਸੇ ਹੈ, ਇਹਦੇ ਵਿੱਚ ਸਭ ਤੋਂ ਜ਼ਿਆਦਾ ਕੁਐਸਚਨ ਆਪਣੀ ਮਾਡਰਨ ਹਿਸਟਰੀ ਤੋਂ ਹੀ ਆਉਂਦੇ ਆ। ਸਭ ਤੋਂ ਜ਼ਿਆਦਾ ਕੁਐਸਚਨ PPSC ਦੇ ਕਿਹੜੇ ਮਰਜ਼ੀ ਪੇਪਰ ਉਠਾ ਲਓ ਤੁਸੀਂ ਤੇ PSSS ਬੋਰਡ ਦੇ ਸਭ ਤੋਂ ਜ਼ਿਆਦਾ ਪੇਪਰ ਉਠਾ ਲਓ, ਉਹਦੇ ਵਿੱਚ ਸਭ ਤੋਂ ਜ਼ਿਆਦਾ ਕੁਐਸਚਨ ਤੁਹਾਨੂੰ ਮਾਡਰਨ ਹਿਸਟਰੀ ਦੇ ਉੱਪਰ ਫੋਕਸ ਕਰਨਾ ਹੈ ਤੁਸੀਂ ਬੇਸਿਕਲੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੈਡਾਈਵਲ ਦੇ ਵਿੱਚ ਆਪਾਂ ਕਿਹਦੇ ਦੇ ਉੱਪਰ ਫੋਕਸ ਕਰਨਾ ਹੈ, ਮੈਡਾਈਵਲ ਦੇ ਵਿੱਚ ਜਿਹੜੇ ਹੈ ਦਿੱਲੀ ਸਲਤਨਤ ਜਿਹੜੀ ਹੈ ਤੇ ਮੁਗਲ ਵਾਲਿਆਂ ਦੇ ਉੱਪਰ ਸਭ ਤੋਂ ਜ਼ਿਆਦਾ ਫੋਕਸ ਆਪਾਂ ਕਰਨਾ ਹੈ ਤੇ ਦਿੱਲੀ ਸਲਤਨਤ, ਠੀਕ ਹੈ ਜੀ। ਤੇ ਏਸ਼ੀਅਨ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਸਟੋਨ ਏਜ ਦੇ ਵਿੱਚੋਂ ਰੇਅਰ ਚਾਂਸ ਹੈ ਕੋਈ ਆ ਸਕਦਾ ਤੇ ਉਹ ਜੇ ਸਟੋਨ ਏਜ ਦੇ ਵਿੱਚ ਵੀ ਕੁਐਸਚਨ ਆਇਆ ਤਾਂ ਨਿਊਲਿਥਿਕ ਦਾ ਏਜ ਦਾ ਕੁਐਸਚਨ ਪੁੱਛਿਆ ਗਿਆ ਕਿ ਅੱਗ ਦੀ ਜਿਹੜੀ ਖੋਜ ਹੈ ਕਦੋਂ ਹੋਈ, ਵੀ ਜਦੋਂ ਆਪਾਂ ਕਹਿੰਦੇ ਆ ਪਹੀਏ ਦੀ ਖੋਜ ਕਦੋਂ ਹੋਈ, ਜਿਵੇਂ ਆਪਾਂ ਜਿਵੇਂ ਪਹੀਆ ਬਣਾਇਆ ਇਹਨਾਂ ਨੇ। ਉਸ ਤੋਂ ਬਾਅਦ ਕਹਿੰਦੇ ਵੀ ਅੱਗ ਦੀ ਖੋਜ ਕਦੋਂ ਹੋਈ ਤੇ ਇਹਨਾਂ ਨੇ ਭਾਂਡੇ ਜਦੋਂ ਬਣਾਏ ਹੈ, ਐਨੀਮਲ ਦੀ ਡੋਮੈਸਟੀਕੇਸ਼ਨ ਕਦੋਂ ਕੀਤੀ, ਐਗਰੀਕਲਚਰ ਕਦੋਂ ਕਰਨਾ ਸਟਾਰਟ ਕੀਤਾ। ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਆ ਇਸ ਸਭ ਤੋਂ, ਤਾਂ ਇਹ ਤੁਸੀਂ ਯਾਦ। ਇਹਦੇ ਵਿੱਚ ਆਪਾਂ ਹੜੱਪਾ ਪੜ੍ਹਦੇ ਹਾਂ, ਹੜੱਪਾ ਤੋਂ ਬਾਅਦ ਵੈਦਿਕ, ਬੁੱਧਿਜ਼ਮ, ਜੈਨਿਜ਼ਮ ਤੇ ਮੌਰੀਅਨ ਐਮਪਾਇਰਸ। ਇਹ 5 ਟੌਪਿਕ ਸਿਰਫ ਆਪਾਂ ਪੜ੍ਹਨੇ ਨੇ ਏਸ਼ੀਅਨ ਦੇ ਵਿੱਚ, ਬਾਕੀ ਕੁਝ ਨਹੀਂ ਪੜ੍ਹਨਾ ਇਹਦੇ ਵਿੱਚੋਂ। ਪੰਜਾਬ ਦੇ ਪੇਪਰ 'ਚ ਕੁਛ ਨਹੀਂ ਆਉਂਦਾ, ਇੰਡੀਆ ਲੈਵਲ ਤੇ ਤੁਸੀਂ ਪੜ੍ਹ ਸਕਦੇ ਹੋ, ਇੰਡੀਆ ਲੈਵਲ ਤੇ ਸਾਰਾ ਇੰਪੋਰਟੈਂਟ ਹੈ, ਠੀਕ ਹੈ ਜੀ। ਤੇ ਆਈ ਹੋਪ ਕਿ ਤੁਹਾਨੂੰ ਹੁਣ ਇਹ ਵੀਡੀਓ ਸਮਝ ਆਈ ਹੋਵੇਗੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਪੰਜਾਬ ਦੀ ਟਾਈਮਲਾਈਨ ਆਪਾਂ ਡਿਸਕਸ ਕਰਾਂਗੇ, ਠੀਕ ਹੈ ਜੀ। ਥੈਂਕ ਯੂ ਫॉर ਵਾਚਿੰਗ। ਪਲੀਜ਼ ਸ਼ੇਅਰ, ਸਬਸਕ੍ਰਾਈਬ, ਲਾਈਕ ਕਰ ਦਿਓ ਲਾਈਕ ਕਰ ਦਿਆ ਕਰੋ ਵੀਡੀਓ ਨੂੰ। ਤੇ ਸਾਡੇ ਆਨਲਾਈਨ ਕੋਰਸ ਵੀ ਆਉਂਦੇ ਆ, ਤੁਸੀਂ CBC ਐਗਜ਼ਾਮ ਗੁਰੂ ਦੀ ਐਪਲੀਕੇਸ਼ਨ ਦੇ ਉੱਪਰ ਜਾ ਕੇ ਤੁਸੀਂ ਹਰ ਇੱਕ ਕੋਰਸ ਜਿਹੜਾ ਹੈ ਕਿਸੇ ਵੀ ਜੌਬ ਦੀ ਤਿਆਰੀ ਕਰ ਰਹੇ ਹੋ ਉਹਦਾ ਸਿਸਟਮੈਟਿਕਲੀ ਵੇ ਨਾਲ ਤੁਸੀਂ ਕੀ ਕਰ ਸਕਦੇ ਹੋ, ਤਿਆਰੀ ਕਰ ਸਕਦੇ ਹੋ। ਸਾਡੇ ਕੋਰਸ ਬੜੇ ਮਿਨੀਮਮ ਕੋਸਟ ਦੇ ਉੱਪਰ ਤੁਸੀਂ ਲੈ ਸਕਦੇ ਹੋ, ਠੀਕ ਹੈ ਜੀ। ਥੈਂਕ ਯੂ ਫॉर ਵਾਚਿੰਗ।